अच्छा रमाणा साहब, बिल्कुल तुसीं दस रहे हो कि इस मौसम ਦੇ ਵਿੱਚ ਵੀ ਇਹ ਉਹ ਮੌਸਮ ਆ ਜਾਂ ਇਹ ਉਸ ਤਰ੍ਹਾਂ ਦੇ ਦਿਨ ਚੱਲਦੇ ਨੇ ਜਦੋਂ ਮੌਸਮ ਵਿਭਾਗ ਨੇ ਵੀ ਕਿਹਾ ਕਿ ਬਈ ਨਵੰਬਰ ਦੇ ਵਿੱਚ ਆਹ ਜਿਹੜੇ ਦਿਨ ਚੱਲਦੇ ਨੇ ਇਹਨਾਂ ਨੇ ਤਾਂ ਪਿਛਲੇ 70 ਸਾਲਾਂ ਦੇ ਰਿਕਾਰਡ ਤੋੜਤੇ ਕਿ ਇੰਨੀ ਰਿਕਾਰਡ ਤੋਂ ਠੰਡ ਪੈ ਰਹੀ ਆ। ਤੇ ਫਿਰ ਤੁਹਾਨੂੰ ਕੀ ਲੱਗਦਾ ਕਿ ਮੈਸੇਜ ਕਿਸ ਤਰੀਕੇ ਦਾ ਜਾ ਰਿਹਾ ਕੇਂਦਰ ਸਰਕਾਰ ਨੂੰ? ਉਹ ਮਖਮਲਾ ਉੱਤੇ ਸੋ ਰਹੇ ਨੇ ਤੇ ਬਹੁਤ ਵਧੀਆ ਵਧੀਆ ਵੱਡੇ ਵੱਡੇ ਘਰ ਵੀ ਨੇ ਤੇ ਇੱਕ ਪਾਸੇ ਸਾਡੇ ਕਿਸਾਨ ਨੇ ਆਪਣੇ ਹੱਕ ਮੰਗ ਰਹੇ ਨੇ ਤੇ ਜਿਹੜੇ ਜਾਇਜ਼ ਵੀ ਨੇ ਤੇ ਉੱਪਰੋਂ ਖੁੱਲੇ ਅਸਮਾਨ ਹੇਠਾਂ ਸੋ ਵੀ ਰਹੇ ਨੇ। क्योंकि जिन्ने इतने किसान बैठे मैं तुम दस देना कि वो 5 तो 10 ਵੱਧ ਤੋਂ ਵੱਧ 15 एकड़ के करीब जिन्होंने जमीन हो बैठा ਜਿਹਦੇ ਕੋਲੇ ਜ਼ਿਆਦੀਆਂ ਜ਼ਮੀਨਾਂ ਉਹ ਕਿਸਾਨ ਇੱਥੇ ਨਹੀਂ ਆਇਆ ਜਿਹੜੇ ਉਹ ਅਜੇ ਵੀ ਆਪੋ ਆਪਣੇ ਘਰਾਂ ਦੇ ਵਿੱਚ ਆਪਣੀਆਂ ਰਜਾਈਆਂ ਦੇ ਵਿੱਚ ਪਏ ਆ। ਜ਼ਰੂਰ ਥੋੜਾ ਜਿਹਾ ਸੋਚ ਜਾਣ ਕਿਉਂਕਿ ਜੇਕਰ ਕੱਲ ਨੂੰ ਇਹ ਖੇਤੀ ਇੱਕ ਪਾਸ ਹੁੰਦੀ ਹੈ ਤਾਂ ਉਹਨਾਂ ਕਿਸਾਨਾਂ ਤੇ ਵੱਡਾ ਬੋਝ ਪਊਗਾ। ਜਿਹੜੇ ਕਿਸਾਨ ਅੱਜ ਮੱਛਰ ਜਿਨ੍ਹਾਂ ਨੂੰ ਖਾ ਰਿਹਾ ਇਹ ਤਾਂ ਕੱਲ ਨੂੰ ਦਿਹਾੜੀਆਂ ਵੀ ਕਰ ਲੈਣਗੇ ਜਿਹੜੇ ਘਰਾਂ 'ਚ ਬੈਠੇ ਉਹਨਾਂ ਤੋਂ ਨਹੀਂ ਕਰ ਸਕਦੇ। ਮੈਂ ਤਾਂ ਇਹ ਗੱਲ ਕਹੂੰਗਾ, ਦੇਖੋ ਜਿਹੜੇ ਸਾਡੇ ਕਾਬਲਾ ਦੇ ਜਥੇਦਾਰ ਆ ਉਹਨਾਂ ਨੇ ਕਿਹਾ ਸੀ ਵੀ ਇਹ ਸਰਕਾਰ ਈਵੀਐਮ ਦੀ ਸਰਕਾਰ ਆ, ਈਵੀਐਮ ਤੋਂ ਸਰਕਾਰ ਬਣੀ ਆ। ਇਸ ਕਰਕੇ ਮੋਦੀ ਸਾਹਿਬ ਨੂੰ ਮਾਣ ਵੀ ਆ ਵੀ ਮੈਂ ਈਵੀਐਮ ਦਾ ਫਿਰ ਦੁਬਾਰਾ ਜਿੱਤ ਜਾਣਾ। ਮੋਦੀ ਜੀ ਨੂੰ ਨਰਮ ਹੋ ਕੇ ਸਾਰੇ ਜ਼ਿਮੀਂਦਾਰਾਂ ਦੀ ਗੱਲ ਸੁਣਨੀ ਚਾਹੀਦੀ ਆ। ਇਹ ਜਨਤਾ ਦੇ ਸਾਡੇ ਲੀਡਰ ਆ, ਲੀਡਰਾਂ ਨੂੰ ਲੀਡਰਾਂ ਦੇ ਕੰਮ ਕਰਨੇ ਚਾਹੀਦੇ ਆ। ਇੱਕ ਵਾਰ ਫਿਰ ਤੋਂ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ। ਸੋ ਲਗਾਤਾਰ ਅਸੀਂ ਕਿਸਾਨ ਅੰਦੋਲਨ ਕਿਸਾਨੀ ਸੰਘਰਸ਼ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਤੇ ਜਿੱਦਾਂ ਕਿ ਅਸੀਂ ਪਹਿਲਾਂ ਦੱਸ ਕੇ ਹਟੇ ਹਾਂ ਕਿ ਅੱਜ 6ਵਾਂ ਦਿਨ ਹੋ ਗਿਆ, ਕੱਲ੍ਹ ਨੂੰ 7ਵਾਂ ਦਿਨ ਤੇ ਕੱਲ੍ਹ ਇੱਕ ਹਫ਼ਤਾ ਪੂਰਾ ਸੰਘਰਸ਼ ਨੂੰ ਹੋ ਜਾਣਾ। ਖਾਸ ਕਰਕੇ ਜੇ ਦੇਖੀਏ ਕਿ ਦਿੱਲੀ ਦੇ ਵਿੱਚ ਪੰਜਾਬ ਤੋਂ ਤਾਂ ਸਾਡੇ ਕਿਸਾਨ ਪਿਛਲੇ 50-60 ਦਿਨਾਂ ਤੋਂ ਬੈਠੇ ਸੀ ਤੇ ਪਰ ਹੁਣ ਗੱਲ ਸੋਚਣ ਵਾਲੀ ਇਹ ਬਣ ਰਹੀ ਹੈ ਕਿ ਲਗਾਤਾਰ ਦੇਖੋ ਕੇਂਦਰ ਦੇ ਨਾਲ ਬੈਠਕਾਂ ਤਾਂ ਹੋ ਰਹੀਆਂ ਨੇ ਪਰ ਸਿੱਟਾ ਕੋਈ ਨਹੀਂ ਨਿਕਲ ਰਿਹਾ। ਪਰ ਹੌਲੀ ਹੌਲੀ ਕਿਸੇ ਗੱਲ ਤੇ ਜਾਂ ਕਿਸੇ ਲੀਹ ਤੇ ਗੱਡੀ ਪੈਂਦੀ ਥੋੜ੍ਹੀ ਬਹੁਤੀ ਨਜ਼ਰ ਆ ਰਹੀ ਹੈ ਕਿਉਂਕਿ ਜਿਹੜੀ ਪਹਿਲਾਂ ਤਾਂ ਇਹੀ ਪਾਠ ਪੜ੍ਹਾਉਣ ਵਾਲੀ ਉਹ ਗੱਲ ਹੁੰਦੀ ਸੀ। ਅਸੀਂ ਕਿਸਾਨ ਆਗੂ ਰਜਿੰਦਰ ਸਿੰਘ ਹੋਰਾਂ ਦੇ ਨਾਲ ਵੀ ਗੱਲ ਕੀਤੀ ਆ, ਉਹ ਕਹਿੰਦੇ ਜੇ ਪਹਿਲਾਂ ਹੀ 2 ਮੀਟਿੰਗਾਂ ਦੇ ਵਿੱਚ ਉਹ ਪਾਠ ਪੜ੍ਹਾ ਰਹੇ ਸੀ ਤੇ ਫਿਰ ਹੁਣ ਇਸ ਵਾਰ ਤੀਸਰੀ ਦੇ ਵਿੱਚ ਕਿਸਾਨ ਵੀ ਪਾਠ ਪੜ੍ਹਾ ਕੇ ਆਏ ਨੇ ਤੇ ਖਾਸ ਕਰਕੇ ਜਿਹੜਾ ਚਾਹ ਤੇ ਖੀਰ ਦਾ ਆਫਰ ਦਿੱਤਾ ਸੀਗਾ ਕੇਂਦਰ ਸਰਕਾਰ ਨੇ, ਕੇਂਦਰੀ ਮੰਤਰੀਆਂ ਨੇ ਤੇ ਸਾਡੇ ਕਿਸਾਨ ਉਹਨੂੰ ਮਨਾ ਕਰਕੇ ਆਏ ਨੇ ਤੇ ਇਹ ਵੀ ਇੱਕ ਰੋਸ ਪ੍ਰਗਟ ਕਰਨ ਦਾ ਤਰੀਕਾ ਹੀ ਆ। ਤੇ ਲੇਕਿਨ ਗੱਲਬਾਤ ਦੇ ਰਸਤੇ ਨੇ ਜੀ ਜਿਹੜੇ ਇਹ ਖੁੱਲ੍ਹੇ ਨੇ ਪਰ ਇਹਨਾਂ ਦੇ ਰਸਤਿਆਂ ਦੇ ਖੁੱਲ੍ਹੇ ਰਹਿਣ ਦੇ ਨਾਲ ਵੀ ਕਿੰਨਾ ਕੁ ਫਾਇਦਾ ਹੁੰਦਾ ਹੈ ਜਾਂ ਨਹੀਂ ਹੁੰਦਾ, ਇਸ ਚੀਜ਼ ਤੇ ਜਾਂ ਇਸ ਫੈਸਲੇ ਤੇ ਪਹੁੰਚਣਾ ਹਜੇ ਬੇਹੱਦ ਜਲਦੀ ਹੋਏਗਾ। ਤੇ ਪਰ ਉੱਧਰ ਇਸ ਸਮੇਂ ਕਿਉਂਕਿ ਰਾਤ ਦੇ 9 ਵੱਜ ਚੁੱਕੇ ਨੇ ਤੇ ਟਿੱਕਰੀ ਬਾਰਡਰ ਤੇ ਸਿੰਘੂ ਬਾਰਡਰ ਦੇ ਉੱਤੇ ਇਸ ਵੇਲੇ ਹਾਲਾਤ ਕਿਸ ਤਰ੍ਹਾਂ ਦੇ ਨੇ, ਇਹ ਹਾਲਾਤਾਂ ਨੂੰ ਜਾਣਨ ਦੇ ਲਈ ਅਸੀਂ ਜੁੜਦੇ ਹਾਂ ਜੀ ਸਾਡੇ ਸਹਿਯੋਗੀ ਪੱਤਰਕਾਰ ਗੁਰਜੀਤ ਸਿੰਘ ਰਮਾਣਾ ਖਾਸ ਤੌਰ ਤੇ ਇਸ ਕਿਸਾਨੀ ਸੰਘਰਸ਼ ਨੂੰ ਦੇਖਦੇ ਹੋਏ ਆਪਣੇ ਸ਼ਹਿਰ ਆਪਣੇ ਜ਼ਿਲ੍ਹੇ ਫਰੀਦਕੋਟ ਤੋਂ ਚੱਲ ਕੇ ਦਿੱਲੀ ਪਹੁੰਚੇ ਹੋਏ ਨੇ। ਇਸ ਮੌਕੇ ਗੁਰਜੀਤ ਸਿੰਘ ਰਮਾਣਾ ਸਿੰਘੂ ਬਾਰਡਰ ਤੇ ਕੁੰਡਲੀ ਬਾਰਡਰ ਤੇ ਤੈਨਾਤ ਨੇ ਤੇ ਉੱਥੋਂ ਰਿਪੋਰਟਿੰਗ ਲਗਾਤਾਰ ਕਰ ਰਹੇ, ਅਪਡੇਟ ਸਾਨੂੰ ਕਰ ਰਹੇ ਆ ਤੇ ਇੱਕ ਵਾਰ ਫਿਰ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਆ। ਰਮਾਣਾ ਸਾਹਿਬ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ ਬੈਨਵੈਲ ਸਾਹਿਬ, ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੌਕਾ ਦਿੱਤਾ ਸਾਨੂੰ ਇੱਥੇ ਟਿੱਕਰੀ ਬਾਰਡਰ ਤੋਂ ਜਿਹੜਾ ਕਿਸਾਨਾਂ ਦੇ ਰੂਬਰੂ ਹੁੰਦਾ ਤੇ ਔਰ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਗਲੋਬਲ ਪੰਜਾਬ ਟੀਵੀ ਦਾ ਵੀ ਇਸ ਪ੍ਰੋਗਰਾਮ ਦਾ ਜਿਨ੍ਹਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਕਿਉਂਕਿ ਜਿਹੜੀਆਂ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਬੈਠੇ ਆ ਉਹਨਾਂ ਦੀਆਂ ਭਾਵਨਾਵਾਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਪਹੁੰਚਾਉਣ ਲਈ ਜਿਹੜਾ ਵੱਡਾ ਉਪਰਾਲਾ ਜਿਹੜਾ ਕੀਤਾ ਗਿਆ ਹੈ ਬਹੁਤ ਬਹੁਤ ਜੀ। ਅੱਛਾ ਰਮਾਣਾ ਸਾਹਿਬ 9 ਵਜੇ ਆ ਜੀ ਤੇ ਕਿਸ ਤਰ੍ਹਾਂ ਦੇ ਹਾਲਾਤ ਨੇ ਹੁਣ? ਰੋਟੀ ਪਾਣੀ ਲੰਗਰ ਪ੍ਰਸ਼ਾਦਾ ਤਾਂ ਛਕਿਆ ਗਿਆ ਹੋਣਾ ਤੇ ਹੁਣ ਕੀ ਗੱਲਾਂ ਬਾਤਾਂ ਹੋ ਰਹੀਆਂ ਨੇ? ਦਰਿਆ ਤੇ ਜਿਹੜਾ ਰਾਤ ਅਸੀਂ ਕੱਟ ਰਹੇ ਹਾਂ ਕਿਉਂਕਿ ਸੋਸ਼ਲ ਮੀਡੀਆ ਦੀ ਗੱਲ ਕਰ ਲਈਏ ਜਾਂ ਹੋਰ ਜਿਹੜੇ ਆਮ ਜਿਹੜੇ ਘਰਾਂ ਦੇ ਵਿੱਚ ਰਜਾਈਆਂ ਦੇ ਵਿੱਚ ਬੈਠੇ ਲੋਕ ਬੜੀਆਂ ਜਿਹੜੀਆਂ ਝੂਠੇ ਉਠਾ ਰਹੇ ਆ ਵੀ ਬਹੁਤ ਕੁਝ ਹੋ ਰਿਹਾ ਹੈ ਕਰਦੇ ਪਰ ਮੈਂ ਤਾਂ ਇਹ ਆਣਾ ਜੀ ਜਿਹੜਾ ਇੱਥੇ ਆ ਕੇ ਜਿਹੜਾ ਦਿੱਲੀ ਦੇ ਵਿੱਚ ਕਿਸਾਨਾਂ ਦੇ ਨਾਲ ਪੈ ਕੇ ਜਿਹੜਾ ਅੰਦੋਲਨ ਲੜ ਸਕਦਾ ਸਹੀ ਅੰਦੋਲਨ ਨੂੰ ਮੰਨਾਂਗੇ ਕਿਉਂਕਿ ਬਹੁਤ ਵੱਡਾ ਮੋਟਾ ਮੱਛਰ ਆ ਜਿਹੜਾ ਕਿਸਾਨਾਂ ਨੂੰ ਜਿਹੜਾ ਇੱਥੇ ਸਾਡੇ ਵੀ ਲੜ ਰਿਹਾ ਕਿਸਾਨਾਂ ਦੇ ਵੀ ਲੜ ਰਿਹਾ ਪਰ ਬੜੇ ਜਿਹੜੇ ਕਿਸਾਨ ਆ ਜਿਹੜੇ ਆਪਦੇ ਹੱਕਾਂ ਤੇ ਪੂਰੇ ਦੇਸ਼ ਦੇ ਜਿਹੜੇ ਕਿਸਾਨ ਆ ਉਹਨਾਂ ਦੀਆਂ ਜ਼ਮੀਨਾਂ ਦੇ ਉਹਨਾਂ ਦੇ ਹੱਕਾਂ ਦੇ ਵਾਸਤੇ ਇੱਥੇ ਲਗਾਤਾਰ ਡਟੇ ਹੋਏ ਨੇ। ਉਹਨਾਂ ਦਾ ਜਿਹੜਾ ਉਹਨਾਂ ਨੂੰ ਸਲੂਕ ਹੈ ਜੀ।
ਰਮਾਣਾ ਸਾਹਿਬ ਅਸੀਂ ਦੇਖ ਰਹੇ ਹਾਂ ਕਿ ਜ਼ਿਆਦਾਤਰ ਤਾਂ ਚਲੋ ਠੀਕ ਹੈ ਟਰਾਲੀਆਂ ਦੇ ਵਿੱਚ ਹੀ ਤਰਪਾਲਾਂ ਪਾ ਕੇ ਕਿਸਾਨਾਂ ਨੇ ਘਰ ਬਣਾਏ ਹੋਏ ਨੇ ਆਰਜੀ ਤੌਰ ਤੇ, ਪਰ ਕੁਝ ਕਦੇ ਤਸਵੀਰਾਂ ਇਹ ਵੀ ਕਈ ਵਾਰ ਸਾਹਮਣੇ ਆ ਜਾਂਦੀ ਹੈ ਕਿ ਖੁੱਲੇ ਅਸਮਾਨ ਦੇ ਹੇਠਾਂ ਹੀ ਕਿਸਾਨ ਪਏ ਨੇ ਰਾਤ ਨੂੰ ਸੁੱਤੇ, ਬਸ ਇੱਕ ਰਜਾਈ ਜਾਂ ਕੰਬਲ ਹੁੰਦਾ, ਨੀਚੇ ਬਿਸਤਰਾ ਹੁੰਦਾ ਤੇ ਛੱਤ ਉੱਪਰ ਨਹੀਂ ਹੁੰਦੀ। ਕੀ ਇਸ ਤਰ੍ਹਾਂ ਦਾ ਤੁਹਾਨੂੰ ਹੁਣ ਦਿਖ ਰਿਹਾ, ਜਾਂ ਫਿਰ ਸਾਰੇ ਕਿਸਾਨ ਕਿਤੇ ਨਾ ਕਿਤੇ ਛੱਤ ਦੇ ਹੇਠਾਂ ਤਾਂ ਹੈਗੇ ਹੀ ਨੇ, ਜਾਂ ਕੋਈ ਹੈਗੇ ਆ ਜਿਹੜੇ ਹਜੇ ਵੀ ਖੁੱਲੇ ਅਸਮਾਨ ਹੇਠਾਂ ਸੌ ਰਹੇ ਨੇ? ਬਿਲਕੁਲ ਜੀ, ਬਿਲਕੁਲ ਬੈਨੀਵਾਲ ਜੀ, ਤੁਸੀਂ ਜਿਹੜਾ ਵਧੀਆ ਸਵਾਲ ਕੀਤਾ, ਕਿਉਂਕਿ ਹੁਣ ਜੇਕਰ ਆਪਣਾ ਕਿਤੇ ਜਿਹੜਾ ਲਾਈਵ ਤਸਵੀਰਾਂ ਦਿਖਾਈਆਂ ਜਾਂਦੀਆਂ ਨਾ, ਉਹ ਬੜੀ ਵਧੀਆ ਹੁੰਦਾ ਜੀ, ਕਿਉਂਕਿ ਕਿਸਾਨ ਸਾਹਮਣੇ ਸਾਡੇ ਜਿਹੜੇ ਪਏ ਆ ਬਿਲਕੁਲ ਜੀ ਖੁੱਲੇ ਅਸਮਾਨ ਦੇ ਥੱਲੇ ਪਏ ਆ, ਟਰਾਲੀਆਂ ਦੇ ਵਿੱਚ ਵੀ ਪਏ ਆ, ਖੁੱਲੇ ਅਸਮਾਨ ਦੇ ਥੱਲੇ ਵੀ ਪਏ ਆ। ਔਰ ਕੁਝ ਕਿਸਾਨ ਇੰਨਾ ਕੁ ਜਜ਼ਬਾ, ਕਿਉਂਕਿ ਨਾਲ ਜਿਵੇਂ ਅਸੀਂ ਜਿੱਥੇ ਬੈਰੀਗੇਡ ਕੀਤੀ ਗਈ ਹੈ, ਪੁਲਿਸ ਵਧੀਆ ਵੱਡੀ ਮਾਤਰਾ ਵਿੱਚ ਤੈਨਾਤ ਆ, ਉੱਥੇ ਅਸੀਂ ਮੌਜੂਦ ਹੈ, ਇਸ ਵਕਤ ਵੀ ਹੁਣ ਉੱਥੇ ਬੈਠੇ ਤੇ ਜਿਹੜੇ ਜਿਨ੍ਹਾਂ ਦੇ ਵਿੱਚ ਜਜ਼ਬਾ ਨੌਜਵਾਨਾਂ ਨੇ ਖਾਸ ਕਰਕੇ ਹੁਣ ਵੀ ਉਹ ਜਿਹੜਾ ਮੋਦੀ ਸਰਕਾਰ ਦੇ ਖਿਲਾਫ ਹਜੇ ਵੀ ਜਿਹੜੇ ਉਹ ਇੱਥੇ ਨਾਅਰੇਬਾਜ਼ੀ ਕਰ ਰਹੇ ਆ ਕਿਸਾਨ ਇੱਥੇ ਲਗਾਤਾਰ, ਜਿਹੜਾ ਉਹੀ ਮੈਂ ਤੁਹਾਨੂੰ ਵਾਰ-ਵਾਰ ਗੱਲ ਕਹਾਂਗਾ ਕਿ ਜਿਹੜਾ ਇੱਥੇ ਕਿਸਾਨ ਆ ਕੇ ਅੰਦੋਲਨ ਦੇ ਵਿੱਚ ਹਿੱਸਾ ਲੈ ਰਿਹਾ, ਉਹੀ ਮੈਂ ਤਾਂ ਕਹੂੰਗਾ ਜਿਹੜਾ ਜੀ ਜਿਹੜਾ ਅੰਦੋਲਨ ਦੇ ਵਿੱਚ ਉਸੇ ਦਾ ਹਿੱਸਾ ਲਊਗਾ, ਉਹੀ ਉਸੇ ਦਾ ਹੋਊਗਾ। ਅੱਛਾ ਰਮਾਣਾ ਸਾਹਿਬ, ਬਿਲਕੁਲ ਤੁਸੀਂ ਦੱਸ ਰਹੇ ਹੋ ਕਿ ਇਸ ਮੌਸਮ ਦੇ ਵਿੱਚ ਵੀ ਇਹ ਉਹ ਮੌਸਮ ਆ ਜਾਂ ਇਹ ਉਸ ਤਰ੍ਹਾਂ ਦੇ ਦਿਨ ਚੱਲਦੇ ਨੇ ਜਦੋਂ ਮੌਸਮ ਵਿਭਾਗ ਨੇ ਵੀ ਕਿਹਾ ਕਿ ਬਈ ਨਵੰਬਰ ਦੇ ਵਿੱਚ ਆਹ ਜਿਹੜੇ ਦਿਨ ਚੱਲਦੇ ਨੇ, ਇਹਨਾਂ ਨੇ ਤਾਂ ਪਿਛਲੇ 70 ਸਾਲਾਂ ਦੇ ਰਿਕਾਰਡ ਤੋੜਤੇ ਕਿ ਇੰਨੀ ਰਿਕਾਰਡ ਤੋਂ ਠੰਡ ਪੈ ਰਹੀ ਆ। ਤੇ ਫਿਰ ਤੁਹਾਨੂੰ ਕੀ ਲੱਗਦਾ ਕਿ ਮੈਸੇਜ ਕਿਸ ਤਰੀਕੇ ਦਾ ਜਾ ਰਿਹਾ ਕੇਂਦਰ ਸਰਕਾਰ ਨੂੰ? ਉਹ ਮਖਮਲਾ ਉੱਤੇ ਸੋ ਰਹੇ ਨੇ ਤੇ ਬਹੁਤ ਵਧੀਆ ਵੱਡੇ ਘਰ ਵੀ ਨੇ, ਤੇ ਇੱਕ ਪਾਸੇ ਸਾਡੇ ਕਿਸਾਨ ਨੇ ਆਪਣੇ ਹੱਕ ਮੰਗ ਰਹੇ ਨੇ ਤੇ ਜਿਹੜੇ ਜਾਇਜ਼ ਵੀ ਨੇ, ਤੇ ਉੱਪਰੋਂ ਖੁੱਲੇ ਅਸਮਾਨ ਹੇਠਾਂ ਸੋ ਵੀ ਰਹੇ ਨੇ, ਤੇ ਇਸ ਤੋਂ ਪਹਿਲਾਂ ਪਾਣੀ ਦੀਆਂ ਵਿਛਾੜਾਂ ਵੀ ਸਰਕਾਰ ਮਰਵਾ ਕੇ ਦੇਖ ਚੁੱਕੀ ਆ। ਕੀ ਲੱਗਦਾ ਕਿ ਕੇਂਦਰ ਸਰਕਾਰ ਕਿਸ ਤਰ੍ਹਾਂ ਦੇ ਨਾਲ ਇਸ ਤਸਵੀਰ ਨੂੰ ਦੇਖ ਕੇ ਸੋਚ ਰਹੀ ਹੋਣੀ ਹੈ? ਬਿਲਕੁਲ ਜੀ, ਕਿਸਾਨਾਂ ਦਾ ਜਿਹੜਾ ਤੁਹਾਨੂੰ ਮੈਂ ਦੱਸ ਦਿੰਦਾ, ਜਿਹੜਾ ਕਿਸਾਨਾਂ ਦਾ ਇੱਥੇ ਤੁਸੀਂ ਅੱਜ ਹੁਣ ਗੱਲ ਕੀਤੀ ਹੈ ਜਿਹੜੀ ਖੁੱਲੇ ਸਮਾਨ ਦੇ ਵਿੱਚ ਇੱਥੇ ਕੇਂਦਰ ਸਰਕਾਰ ਨੂੰ ਤਾਂ ਉਸੇ ਦਿਨ ਪਤਾ ਲੱਗ ਗਿਆ ਸੀਗਾ ਜਦੋਂ ਜਿਹੜਾ ਹਰਿਆਣਾ ਦਾ ਬਾਰਡਰ ਜਿਹੜਾ ਕਿਸਾਨਾਂ ਨੇ ਜਿਹੜਾ ਉਹ ਬਾਰਡਰ ਜਿਹੜੇ ਵੱਡੇ ਤੁਸੀਂ ਦੇਖਿਆ ਉੱਥੇ ਜਿਹੜੇ ਪੱਥਰ ਲਾਏ ਗਏ ਸੀਗੇ, ਮਿੱਟੀ ਸਿੱਟੀ ਗਈ ਸੀਗੀ, ਜਿਹੜੇ ਵੱਡੀਆਂ ਸਕਰੀਨਾਂ ਦੇ ਨਾਲ ਉੱਥੇ ਜਿਹੜੀ ਬੈਰੀਕੇਡਿੰਗ ਕੀਤੀ ਗਈ ਸੀ, ਉਹਨਾਂ ਨੂੰ ਜਿਹੜਾ ਆਪਣੇ ਹੱਥਾਂ ਦੇ ਨਾਲ ਯੂਥ ਨੇ ਖਾਸ ਕਰਕੇ ਤੋੜ ਕੇ ਇੱਥੋਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ। ਉਹ ਜਿਹੜਾ ਪੰਜਾਬੀਆਂ ਦਾ ਜਜ਼ਬੇ ਦਾ ਤਾਂ ਕੇਂਦਰ ਸਰਕਾਰ ਨੂੰ ਉਸੇ ਵਕਤ ਹੀ ਪਤਾ ਲੱਗ ਗਿਆ ਸੀਗਾ, ਤੇ ਹੁਣ ਜਿਹੜਾ ਇੱਥੇ ਕਿਸਾਨ ਡਟੇ ਆ ਤੇ ਉਹਨਾਂ ਦਾ ਲਗਾਤਾਰ ਇਹੀ ਕਹਿਣਾ ਕਿ ਜਿੰਨਾ ਟਾਈਮ ਉਹਨਾਂ ਦੀ ਜਿਹੜੀਆਂ ਮੰਗਾਂ ਜਾਂ ਜੇਕਰ ਖੇਤੀ ਬਿੱਲ ਜੇ ਰੱਦ ਨਹੀਂ ਹੁੰਦੇ ਉਹਨਾਂ ਟਾਈਮ ਉਹ ਵਾਪਸ ਨਹੀਂ ਜਾਣਗੇ, ਇੱਥੇ ਰਹਿਣਗੇ। ਕਿਉਂਕਿ ਸਾਡੇ ਨਾਲ ਜੇਕਰ ਜਿਹੜੀ ਆਪਾਂ ਖਬਰ ਬਣਾਉਣੇ ਆ ਉਸ ਤੇ ਜਿਹੜੀ ਗੱਲ ਹੁੰਦੀ ਹੈ ਕੁਛ ਹੋਰ ਹੁੰਦੀ ਹੈ, ਜਿਹੜੀਆਂ ਅਸੀਂ ਨਾਰਮਲ ਉਹਨਾਂ ਦੇ ਨਾਲ ਗੱਲਾਂ ਕਰਦੇ ਹਾਂ, ਉਹ ਗੱਲਾਂ ਦੇ ਵਿੱਚੋਂ ਪਤਾ ਲੱਗਦਾ ਕਿ ਕਿਸਾਨਾਂ ਦਾ ਜਜ਼ਬਾ ਕਿੰਨਾ ਕੁ ਹੈ, ਉਹ ਵਾਪਸ ਜਾਣਗੇ ਜਾਂ ਵਿੱਚੋਂ ਕੀ ਹੈ, ਕਿਉਂਕਿ ਕਈ ਵਾਰੀ ਇਹ ਹੁੰਦਾ ਵੀ ਖਬਰਾਂ ਦੇ ਸਾਹਮਣੇ ਤਾਂ ਕੁਝ ਹੋਰ ਹੁੰਦੀ ਗੱਲ ਤੇ ਜਿਹੜੀ ਉਹ ਗੱਲ ਕਰ ਰਹੀ ਆਫ ਦਾ ਕੈਮਰਾ ਬਿਲਕੁਲ ਕੁਝ ਹੋਰ ਹੁੰਦਾ। ਬਿਲਕੁਲ ਕਿਸਾਨਾਂ ਦੇ ਜਿਹੜੇ ਹੈਗੇ ਆ ਜਜ਼ਬਾ ਜਿਹੜਾ ਖਬਰਾਂ ਦੇ ਸਾਹਮਣੇ ਵੀ ਉਹੀ ਹੁੰਦਾ ਤੇ ਜਿਹੜਾ ਪਾਸੇ ਬੈਠ ਕੇ ਆਵੀ ਦੀ ਗੱਲਾਂ ਕਰਦੀ ਆ ਸਾਡੇ ਨਾਲ ਕਰਦੇ ਆ, ਉਦੋਂ ਵੀ ਉਹਨਾਂ ਦੇ ਹੌਸਲੇ ਉਹੀ ਹੁੰਦੀ ਹੈ। ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਣਾ ਕਿ ਸਭ ਤੋਂ ਵੱਡੀ ਜਿਹੜੀ ਇੱਕ ਜਿਹੜੀ ਠੋਸ ਜਨਕ ਜਿਹੜੀ ਸਾਨੂੰ ਜਿਹੜੀ ਜ਼ਰੂਰ ਕਰਨ ਲੱਗੀ ਹੈ ਤੇ ਕਿਉਂਕਿ ਜਿੰਨੇ ਇੱਥੇ ਕਿਸਾਨ ਬੈਠੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਉਹ 5 ਤੋਂ 10 ਵੱਧ ਤੋਂ ਵੱਧ 15 ਏਕੜ ਦੇ ਕਰੀਬ ਜਿਹਦੇ ਕੋਲ ਜ਼ਮੀਨ ਉਹ ਬੈਠਾ, ਜਿਹਦੇ ਕੋਲੇ ਜ਼ਿਆਦੀਆਂ ਜ਼ਮੀਨਾਂ ਉਹ ਕਿਸਾਨ ਇੱਥੇ ਨਹੀਂ ਆਇਆ, ਜਿਹੜੇ ਉਹ ਅਜੇ ਵੀ ਆਪੋ ਆਪਣੇ ਘਰਾਂ ਦੇ ਵਿੱਚ ਆਪਣੀਆਂ ਰਜਾਈਆਂ ਦੇ ਵਿੱਚ ਪਏ ਆ। ਤੇ ਜ਼ਰੂਰ ਥੋੜਾ ਜਿਹਾ ਸੋਚ ਜਾਣ, ਕਿਉਂਕਿ ਜੇਕਰ ਕੱਲ ਨੂੰ ਇਹ ਖੇਤੀ ਐਕਟ ਪਾਸ ਹੁੰਦੇ ਆ ਤਾਂ ਉਹਨਾਂ ਕਿਸਾਨਾਂ ਤੇ ਵੱਡਾ ਬੋਝ ਪਊਗਾ। ਜਿਹੜੇ ਕਿਸਾਨ ਅੱਜ ਮੱਛਰ ਜਿਨ੍ਹਾਂ ਨੂੰ ਖਾ ਰਿਹਾ ਇਹ ਤਾਂ ਕੱਲ ਨੂੰ ਦਿਹਾੜੀਆਂ ਵੀ ਕਰ ਲੈਣਗੇ, ਜਿਹੜੇ ਘਰਾਂ 'ਚ ਬੈਠੇ ਉਹਨਾਂ ਤੋਂ ਨਹੀਂ ਕਰ ਸਕਦੇ। ਬਿਲਕੁਲ ਇਹ ਬਹੁਤ ਜਿਹੜਾ ਵੱਡਾ ਜਿਹੜਾ ਕਿਸਾਨਾਂ ਦੇ ਵਿੱਚ ਵੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮਹਿਸੂਸ ਹੋ ਰਿਹਾ ਵੀ ਉਹਨਾਂ ਨੂੰ ਵੀ ਇੱਥੇ ਆਉਣਾ ਚਾਹੀਦਾ ਹੈ। ਤੇ ਬਾਕੀ ਹੁਣ ਜਿਹੜਾ ਤੁਹਾਨੂੰ ਗੱਲ ਕਰ ਦਈਏ ਕੇਂਦਰ ਸਰਕਾਰ ਹੁਣ ਤੱਕ ਤਾਂ ਜਿਹੜੀਆਂ ਮੀਟਿੰਗਾਂ ਹੋਈਆਂ ਉਹਨਾਂ ਦੇ ਵਿੱਚ ਲਗਾਤਾਰ ਇਹੀ ਕਹਿੰਦੀ ਸੀ ਕਿ ਅਸੀਂ ਤਾਂ ਕਿਸਾਨਾਂ ਨੂੰ ਸਮਝਾ ਦਿੰਦੇ ਹਾਂ ਵੀ ਇਹਨਾਂ ਨੂੰ ਪਤਾ ਨਹੀਂ ਹੈ ਕਾਨੂੰਨ ਕੀ ਹੈ, ਇਹਨਾਂ ਨੂੰ ਸਮਝਾਉਣੇ ਆ। ਪਰ ਹੁਣ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਹੋਵੇਗੀ ਵੀ ਕਿਸਾਨਾਂ ਨੂੰ ਸਮਝ ਆ ਚੁੱਕੀ ਹੈ, ਕਿਉਂਕਿ ਜਿਹੜੀ ਹੁਣ 1 ਤਰੀਕ ਨੂੰ ਮੀਟਿੰਗ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਇੱਕ ਜਿਹੜੀ ਅਕਲੀ ਸ਼ਰਤ ਰੱਖੀ ਸੀ, ਚਲੋ ਦੱਸੋ ਤੁਸੀਂ ਜਿਹੜੇ ਸੋਧ ਕਰਦੇ ਅਸੀਂ ਸੋਧ ਜਿਹੜੀ ਹੋ ਸਕਦੀ ਹੈ ਸੋਧ ਜ਼ਰੂਰ ਕਰਾਂਗੇ। ਤੇ ਹੁਣ ਜਿਹੜੀ ਕੱਲ ਨੂੰ ਮੀਟਿੰਗ ਹੋਣ ਜਾ ਰਹੀ ਹੈ ਬੈਨੀਪਾਲ ਜੀ, ਹੋ ਸਕਦਾ ਕਿਤੇ ਨਾ ਕਿਤੇ ਜਿੱਥੇ ਹੁਣ ਤੱਕ ਜੇਕਰ ਗੱਲ ਕਰੀਏ 70-80% ਤੱਕ ਜਿਹੜੀ ਕਿਸਾਨਾਂ ਦਾ ਜਿਹੜਾ ਜਿੱਤ ਪਹੁੰਚੀ ਹੈ ਤੇ ਕੱਲ ਨੂੰ ਹੋਰ ਵੀ ਇਹਨਾਂ ਨੂੰ ਜਿਹੜੀ ਹੌਸਲਾ ਅਫਜ਼ਾਈ ਮਿਲੇਗੀ। ਜੀ ਬਿਲਕੁਲ, ਬਹੁਤ ਸ਼ੁਕਰੀਆ ਰਮਾਣਾ ਜੀ। ਕੱਲ ਨੂੰ ਫਿਰ ਅਸੀਂ ਸਵੇਰੇ ਜੁੜਦੇ ਹਾਂ ਤੁਹਾਡੇ ਨਾਲ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਇਹ ਚੰਗੀ ਅਪਡੇਟ ਆ ਤੁਸੀਂ ਉਹ ਕੱਲ ਨੂੰ ਸਾਨੂੰ ਦਿਓਗੇ ਤੇ ਚੰਗੀਆਂ ਖਬਰਾਂ ਜਿਹੜੀਆਂ
ਸੁਣਨ ਦੇ ਵਿੱਚ ਕੱਲ੍ਹ ਨੂੰ ਆਉਣਗੀਆਂ। ਸੋ ਹੁਣ ਤੁਹਾਡੇ ਤੋਂ ਵੀ ਅਸੀਂ ਆਗਿਆ ਲੈਂਦੇ ਹਾਂ ਅਤੇ ਬਹੁਤ ਬਹੁਤ ਧੰਨਵਾਦ ਵੀ ਅਸੀਂ ਕਰਦੇ ਹਾਂ ਤੁਹਾਡਾ, ਅਤੇ ਕੱਲ੍ਹ ਨੂੰ ਫਿਰ ਤੁਹਾਡੇ ਨਾਲ ਅਪਡੇਟ ਦੇ ਲਈ ਤੁਹਾਡੇ ਨਾਲ ਸੰਪਰਕ ਅਸੀਂ ਸਾਧਾਂਗੇ ਜੀ। ਸੋ ਇਸ ਵੇਲੇ ਸਾਡੇ ਕੁਝ ਕਾਲਰ ਫੋਨ ਲਾਈਨ 'ਤੇ ਨੇ ਜੀ। ਹੁਣ ਤੱਕ ਦੱਸ ਦਿੰਦੇ ਹਾਂ, ਤੁਸੀਂ ਸਾਡੇ ਸਹਿਯੋਗੀ ਪੱਤਰਕਾਰ ਗੁਰਜੀਤ ਸਿੰਘ ਰਮਾਣਾ ਦੇ ਨਾਲ ਆਪਾਂ ਜੁੜੇ ਹੋਏ ਸੀ, ਅਤੇ ਉਹ ਸਿੰਘੂ ਬਾਰਡਰ ਦਾ ਜਿਹੜਾ ਹਾਲ ਹੈ ਉਹ ਸਾਨੂੰ ਦੱਸ ਕੇ ਗਏ ਨੇ। ਸੋ ਹੁਣ ਅਸੀਂ ਕਾਲਰਾਂ ਦੀਆਂ ਕਾਲਾਂ ਲੈ ਰਹੇ ਹਾਂ ਜੀ। ਸਵਾਗਤ ਹੈ ਸਰ। ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ ਰਵੀ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ। ਗੱਲ ਇਹ ਆ, ਮੈਂ ਤਾਂ ਇਹ ਗੱਲ ਕਹੂੰਗਾ, ਦੇਖੋ ਉਹ ਜਿਹੜੇ ਸਾਡੇ ਕਾਬਲਾ ਦੇ ਜਥੇਦਾਰ ਆ ਉਹਨਾਂ ਨੇ ਕਿਹਾ ਸੀ ਵੀ ਇਹ ਸਰਕਾਰ EVM ਦੀ ਸਰਕਾਰ ਆ, EVM ਤੋਂ ਸਰਕਾਰ ਬਣੀ ਆ, ਇਸ ਕਰਕੇ ਮੋਦੀ ਸਾਹਿਬ ਨੂੰ ਮਾਣ ਵੀ ਆ ਵੀ ਮੈਂ EVM ਦਾ ਫਿਰ ਦੁਬਾਰਾ ਜਿੱਤ ਜਾਣਾ ਹੈ। ਤਾਂ ਹੀ ਕਰਕੇ ਕਿਸੇ ਦੀ ਵੀ, ਚਾਹੇ ਕੋਈ ਜਥੇਬੰਦੀਆਂ, ਚਾਹੇ ਕਿਸਾਨ, ਚਾਹੇ ਕੋਈ ਮੰਗ ਨਹੀਂ ਸੁਣੀ ਜਾ ਰਹੀ। ਆਪਣੇ ਹਰਿਆਣੇ ਤੋਂ ਵੀ ਉੱਠ ਕੇ ਆ ਗਈ ਪੰਚਾਇਤਾਂ, ਚਾਹੇ ਆਪਣੇ ਬਹੁਜਨ ਸਮਾਜ ਪਾਰਟੀ ਦੇ ਆਪਣੇ ਦੂਸਰੇ ਆਪਣੇ ਆ ਗਏ ਆ, ਜਿਹੜੇ ਸਾਡੇ ਡਾਕਟਰ ਅੰਬੇਦਕਰ ਦੀ ਸੈਨਾ ਆ ਉਹ ਵੀ ਆਈ ਆ, ਭੀਮ ਉਹ ਵੀ ਆਏ ਆ। ਪਰ ਇਸ ਕਰਕੇ ਕੇਅਰ ਨਹੀਂ ਕਰਦੇ ਮੋਦੀ ਜੀ ਇਸ ਗੱਲ ਦਾ ਵੀ ਅਸੀਂ ਦੁਬਾਰਾ ਜਿੱਤ ਜਾਵਾਂਗੇ। ਇਹ ਤਾਂ ਉਹ ਕੰਮ ਹੋ ਗਿਆ, ਇੱਕ ਉਹਦਾ ਕਮਰੀ ਅੱਜ ਪੈ ਗਈ ਸਿਵਿਆਂ ਦੇ ਰਾਹ। ਭਾਰਤੀ ਜਨਤਾ ਪਾਰਟੀ ਨੂੰ ਇਸ ਗੱਲ ਦੀ ਸੋਚ ਲੈਣਾ ਚਾਹੀਦਾ ਸੀ ਵੀ ਅਸੀਂ ਸਿਵਿਆਂ ਦੇ ਰਾਹ ਤੁਰ ਚੱਲੇ ਆ, ਇੱਥੇ ਕਿਸੇ ਨਹੀਂ ਰਹਿਣਾ, ਤੁਹਾਡੀ ਇੱਕ ਗੁਰਦੁਆਰਾ ਰਹਿਣੀ ਆ, ਤੁਸੀਂ ਚੰਗਾ ਕੰਮ ਕਰੋਗੇ, ਬਿਲਕੁਲ ਤੁਹਾਡਾ ਸਲਾਹਾ ਹੋਊਗੀ, ਮਾੜਾ ਕਰੋਗੇ ਉਹਦੇ ਅੱਜ ਦੇ ਟਾਈਮ ਤੇ ਦੇਖੋ ਜਿਹੜੇ ਉਹ ਕਹਿੰਦੇ ਪਹਿਲਾਂ ਗਾਣੇ ਚੱਲਦੇ ਸੀ, ਪੁੱਟੋ ਤੇਰੀ ਕਬਰ ਤੇ ਨਾ ਮੂੰਹ ਤੇ ਕੁੱਤਾ, ਏਦਾਂ ਦੇ ਕੰਮ ਚੱਲਦੇ ਹੁੰਦੇ ਆ। ਫਿਰ ਜਾਂ ਤਾਂ ਛੱਡਣੀਆਂ ਚਾਹੀਦੀਆਂ, ਮੋਦੀ ਜੀ ਨੂੰ ਨਰਮ ਹੋ ਕੇ ਸਾਰੇ ਜ਼ਿਮੀਂਦਾਰਾਂ ਦੀ ਗੱਲ ਸੁਣਨੀ ਚਾਹੀਦੀ ਆ। ਇਹ ਜਨਤਾ ਦੇ ਸਾਡੇ ਲੀਡਰ ਆ, ਲੀਡਰਾਂ ਨੂੰ ਲੀਡਰਾਂ ਵਾਲੇ ਕੰਮ ਕਰਨੇ ਚਾਹੀਦੇ ਆ। ਇਹ ਕੰਮ ਕਰਾਂਗੇ ਅਸੀਂ ਲੱਖਾਂ ਵਧਾ ਲੈਂਦੇ ਨੂੰ। ਤੇ ਦੀਪ ਸਿੱਧੂ ਨੂੰ ਵੀ ਮੈਂ ਸੁਨੇਹਾ ਦੇਣਾ ਚਾਹੁੰਦਾ, ਤੁਸੀਂ ਯੰਗ ਬੰਦੇ ਆ, ਯੰਗ ਬਲੱਡ ਆ, ਤੁਸੀਂ ਥੋੜਾ ਜਿਹਾ ਸਹਿਣਸ਼ੀਲਤਾ ਦੇ ਨਾਲ ਸਾਰੇ ਯੂਥ ਨੂੰ ਆਪਣੇ ਕਵਰ ਅਪ ਕਰਕੇ ਰੱਖੋ। ਜਿੱਦਾਂ ਕਿਸਾਨ ਕਹਿੰਦੇ ਆ ਉਦਾਂ ਗੱਲ ਮੰਨੋ ਸਾਰੇ ਜਣੇ, ਕੋਈ ਵੀ ਆਪਣਾ ਆਪ ਨੂੰ ਏਦਾਂ ਨਾ ਹੋਇਓ ਬਿਲਕੁਲ ਹੀ ਨਾ ਕੋਈ ਧਰਮ ਨਾਰਾਜ਼ ਹੋਵੇ, ਨਾ ਨਹੀਂ ਕਿਸੇ ਨੂੰ ਕਰਨਾ। ਜੇ ਕੋਈ ਬੰਦਾ ਨਾਰਾਜ਼ ਨਾ ਆਪ ਨਰਮ ਹੋ ਜਾਓ ਜੀ। ਬਿਲਕੁਲ ਹੁਣ ਏਡਾ ਵੱਡਾ ਚੱਲਿਆ ਮੋਰਚਾ, ਇਹ ਫਤਿਹ ਕਰਕੇ ਮੁੜਨਾ, ਪਿੱਛੋਂ ਉਦਾਂ ਨਹੀਂ ਮੁੜਦੇ। ਬਿਲਕੁਲ ਪਰ ਨਾਲ ਦਾ ਨਰਮਾਰੀ ਬਹੁਤ ਜ਼ਰੂਰੀ ਆ। ਪਰ ਮੈਂ ਮੋਦੀ ਜੀ ਨੂੰ ਪੁੱਛਣਾ ਚਾਹੁੰਦਾ, ਸਾਡੇ ਤੁਸੀਂ ਪ੍ਰਧਾਨ ਮੰਤਰੀ ਆ, ਬੜੇ ਸਤਿਕਾਰਯੋਗ ਆ, ਉਹ ਸਾਰੇ ਬਾਰਡਰਾਂ ਤੇ CRP ਤੇ ਪੁਲਿਸ ਦੇ ਮਹਿਕਮੇ ਤੇ ਜਿਹੜੇ ਬੰਦੇ ਕੰਮ ਕਰ ਰਹੇ ਆ, ਉਹ ਇਹਨਾਂ ਦੇ ਧੀਆਂ ਪੋਤਿਆ। ਬਿਲਕੁਲ ਸਾਰੇ ਹਿੰਦੁਸਤਾਨ ਦੇ ਬੰਦੇ ਇਕੱਠੇ ਹੋ ਕੇ ਦਿੱਲੀ ਵਿੱਚ ਬੈਠੇ ਆ, ਇਹਨਾਂ ਦੇ ਧੀਆਂ ਪੋਤਿਆ। ਬਿਲਕੁਲ ਬਿਲਕੁਲ ਸੋਚ ਕੇ ਦੇਖ ਜੀ ਬਿਲਕੁਲ ਬਿਲਕੁਲ ਇਹ ਇਹਨਾਂ ਕਿਸਾਨਾਂ ਦੇ ਹੀ ਪੁੱਤਰ ਨੇ ਜੀ। ਅਸੀਂ ਦੇਖੋ ਤਾਜ਼ਾ ਜਿਹੜੀ ਸਾਨੂੰ ਇੱਕ ਕਿੰਨੀ ਵੱਡੀ ਮਿਸਾਲ ਦੇ ਕੇ ਗਏ ਸੁਖਬੀਰ ਸਿੰਘ, ਸਾਡੇ ਨੌਜਵਾਨ ਜਿਹੜੇ ਭਾਰਤੀ ਫੌਜ ਦੇ ਵਿੱਚ ਸੀ ਤੇ ਸ਼ਹੀਦੀ ਪਾ ਕੇ ਗਏ ਆ, ਤੇ ਉਹਨਾਂ ਦੇ ਪਿਤਾ ਜੀ ਸਿੰਘੂ ਬਾਰਡਰ ਤੇ ਦਿੱਲੀ ਬਾਰਡਰ ਤੇ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਸੀ। ਸੋ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਇਹ ਸਰਕਾਰ ਨੂੰ ਜ਼ਰੂਰ ਦੇਖ ਲੈਣੀਆਂ ਚਾਹੀਦੀਆਂ ਨੇ ਕਿ ਜਿਨ੍ਹਾਂ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਪਿੱਛੇ ਧੱਕੇ ਮਾਰ ਰਹੇ ਹੋ, ਤੇ ਉਹਨਾਂ ਦੇ ਹੀ ਪਰਿਵਾਰ ਦੇ ਨੌਜਵਾਨ ਬੇਟੇ ਦੇਸ਼ ਦੇ ਲਈ ਜਿਹੜੀ ਦੁਸ਼ਮਣ ਦੀ ਜਿਹੜੀ ਗੋਲੀ ਉਹ ਆਪਣੇ ਸੀਨੇ ਤੇ ਖਾ ਕੇ ਆਪਣੀ ਜਾਨਾਂ ਦੀ ਕੁਰਬਾਨੀਆਂ ਤੱਕ ਦੇ ਰਹੇ ਨੇ, ਤੇ ਫਿਰ ਅਜਿਹੇ ਪਰਿਵਾਰਾਂ ਦੇ ਨਾਲ ਤੁਸੀਂ ਇਸ ਤਰ੍ਹਾਂ ਦੇ ਨਾਲ ਇੰਨਾ ਤੁਸੀਂ ਧੱਕਾ ਕਿਸ ਤਰ੍ਹਾਂ ਦੇ ਨਾਲ ਕਰ ਸਕਦੇ ਹੋ। ਤੇ ਇਹੀ ਗੱਲ ਪੁੱਛਣ ਦੇ ਲਈ ਕਿਸਾਨ ਜਿਹੜੇ ਨੇ ਦਿੱਲੀ ਬਾਰਡਰ ਤੇ ਪਹੁੰਚ ਚੁੱਕੇ ਨੇ ਜੀ। ਦਿੱਲੀ ਬਾਰਡਰ ਤੇ ਆਸੇ-ਪਾਸਿਓਂ ਪੂਰੀ ਕੋਸ਼ਿਸ਼ ਜਿਹੜੀ ਇਹੀ ਹੈ ਕਿ ਪੂਰੇ ਤਰੀਕੇ ਦੇ ਨਾਲ ਦਿੱਲੀ ਨੂੰ ਸੀਲ ਕਰ ਦਿੱਤਾ ਜਾਵੇ, ਤਾਂ ਜੋ ਦਿੱਲੀ ਨੂੰ ਸਾਹ ਆਉਣਾ ਬੰਦ ਹੋ ਜੇ, ਤੇ ਫਿਰ ਜਦੋਂ ਸਾਹ ਨਾ ਆਵੇ ਤੇ ਫਿਰ ਭਾਰਤ ਸਰਕਾਰ ਨੂੰ ਪਤਾ ਲੱਗੇ ਕਿ ਕਿੰਨਾ ਕੁ ਔਖਾ ਹੁੰਦਾ, ਤੇ ਫਿਰ ਉਦੋਂ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਫਿਰ ਉਹਨਾਂ ਦੇ ਵੱਲ ਧਿਆਨ ਵੀ ਦਿੱਤਾ ਜਾਵੇਗਾ, ਤੇ ਉਹ ਮੰਗਾਂ ਮੰਨੀਆਂ ਵੀ ਜਾਣਗੀਆਂ। ਸੋ ਹਲੇ ਇਹ ਅਸੀਂ ਨਾ ਸੋਚੀਏ ਕਿ ਬੜੀ ਜਲਦ ਹੋਵੇਗਾ, ਅਸੀਂ ਇਹ ਸੋਚਣਾ ਕਿ ਬੜੀ ਜਲਦੀ ਹੀ ਸਰਕਾਰ ਮੰਨ ਜਾਏਗੀ ਜਾਂ ਬੜੀ ਜਲਦੀ ਨਤੀਜੇ ਆ ਜਾਣਗੇ, ਤੇ ਇਹ ਸਾਨੂੰ ਹਜੇ ਨਹੀਂ ਸੋਚਣਾ ਚਾਹੀਦਾ। ਇਸ ਵੇਲੇ ਸਾਨੂੰ ਆਪਣਾ ਜਿਹੜਾ ਕਰਮ ਹੈ, ਜੋ ਸੰਘਰਸ਼ ਆ, ਉਹ ਕਰਨਾ ਚਾਹੀਦਾ। ਫਲ ਕਦੋਂ ਮਿਲਦਾ ਤੇ ਇਸ ਦੀ ਹਜੇ ਜਲਦਬਾਜ਼ੀ ਇਸ ਦੇ ਵਿੱਚ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਇਸ ਤਰ੍ਹਾਂ ਦੇ ਫੈਸਲੇ ਨੇ, ਇਸ ਤਰ੍ਹਾਂ ਦਾ ਸੰਘਰਸ਼ ਆ ਕਿ ਜਿਹੜਾ ਕੁਝ ਦਿਨਾਂ ਦੇ ਵਿੱਚ ਇਹ ਸਿਮਟ ਕੇ ਨਹੀਂ ਰਹਿ ਸਕਦਾ। ਸੋ ਜ਼ਾਹਿਰ ਤੌਰ 'ਤੇ
ਇਹੀ ਪ੍ਰਤੀਤ ਹੋ ਰਿਹਾ ਕਿ ਇਹ ਜਿਹੜਾ ਸੰਘਰਸ਼ ਆ, ਜਿੱਦਾਂ ਪੰਜਾਬ ਦੇ ਵਿੱਚ 2 ਮਹੀਨੇ ਇਹ ਸੰਘਰਸ਼ ਚੱਲਿਆ ਸੀ ਕਿਸਾਨਾਂ ਦਾ, ਤੇ ਇੱਥੇ ਵੀ ਇੰਨਾ ਹੀ ਟਾਈਮ ਇਹ ਸੰਘਰਸ਼ ਚੱਲ ਸਕਦਾ। ਤੇ ਇਹ ਹੁਣ ਦੇਖਣਾ ਹੋਊਗਾ ਕਿ ਸਰਕਾਰ ਕਦੋਂ ਤੱਕ ਜਿਹੜਾ ਕਿਸਾਨਾਂ ਦੇ ਸੰਘਰਸ਼ ਨੂੰ ਬਰਦਾਸ਼ਤ ਕਰ ਸਕਦੀ ਹੈ। ਸੋ ਇੱਕ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਜੀ, ਫੋਨ ਲਾਈਨ ਤੇ ਨੇ। ਸਵਾਗਤ ਹੈ ਸਰ, ਬਹੁਤ ਬਹੁਤ। ਹੈਲੋ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸਰ ਇਹ ਗੱਲ ਕਹਿਣਾ ਚਾਹੁੰਦੀ ਹਾਂ ਕਿ ਦੇਖੋ, ਜਦੋਂ ਤੇ ਸਾਡਾ ਕਿਸਾਨ ਜਾਂ ਸਾਡਾ ਇਹ ਜਿਹੜੇ ਲੋਕ ਰਾਜਨੀਤੀ ਲੋਕ ਆ ਦਿੱਲੀ ਤੋਂ ਪੰਜਾਬ ਵੱਲ ਨੂੰ ਕੂਚ ਕਰਦੇ ਆ, ਤੇ ਸਾਡੇ ਲੋਕ ਇਹਨਾਂ ਨੂੰ ਹਾਰਾਂ ਦੇ ਨਾਲ ਤੇ ਸੋਹਣੀਆਂ ਸਟੇਜਾਂ ਲਾ ਕੇ ਆਪਣੇ ਪੈਸੇ ਦੀ ਬਰਬਾਦੀ ਕਰਕੇ ਤੇ ਇਹਨਾਂ ਲੋਕਾਂ ਨੂੰ ਵੈਲਕਮ ਕਰਦੇ ਆ। ਬਿਲਕੁਲ। ਵੀ ਇਹ ਆਏ ਨੇ ਸਾਡੀ ਪੰਜਾਬ ਦੀ ਧਰਤੀ ਤੇ ਇਹਨਾਂ ਦਾ ਵੈਲਕਮ ਕਰੋ ਜੀ, ਇਹਨਾਂ ਵਾਸਤੇ ਸਭ ਤਰ੍ਹਾਂ ਦਾ ਅਰੇਂਜਮੈਂਟ ਕੀਤਾ ਜਾਵੇ, ਹੈ ਨਾ ਜੀ ਜੀ। ਤੇ ਅੱਜ ਵੇਖੋ ਉਹੀ ਕਿਸਾਨ, ਉਹੀ ਜੋ ਹੈਗਾ ਭਰਾ ਭੈਣਾਂ ਸਾਰੇ ਇਕੱਠੇ ਹੋ ਕੇ ਇਹਦੇ ਦਰ ਤੇ ਗਏ ਸਿਰਫ ਆਪਣੇ ਹੱਕਾਂ ਵਾਸਤੇ। ਔਰ ਇਹਨੇ ਫੁੱਲਾਂ ਦੇ ਤੇ ਕੀ ਵੈਲਕਮ ਕਰਨਾ ਸੀ ਉਹਨਾਂ ਨੂੰ, ਇਹਨੇ ਉਹਨਾਂ ਦੇ ਉੱਤੇ ਪਾਣੀ ਦੀਆਂ ਵਿਛਾੜਾਂ ਕੀ ਤੇ ਇਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਕੀ, ਇਹਨਾਂ ਨੂੰ ਇੰਨਾ ਜ਼ਖਮੀ ਕੀਤਾ, ਇਹਨਾਂ ਨੂੰ ਹਰਾਸਮੈਂਟ ਇੰਨੀ ਕੀਤੀ ਜਿਹੜੀ ਰਹਿ ਰਫਤਾ ਨਾ। ਔਰ ਹਰ ਇੱਕ ਕੰਟਰੀ ਵਿੱਚ ਇਸ ਗੱਲ ਦੇ ਉੱਤੇ ਬਹੁਤ ਰੋਸ ਪਾਇਆ ਜਾ ਰਿਹਾ ਵਾ। ਔਰ ਨੰਬਰ 2 ਤੇ ਜਿਹੜੀਆਂ ਇਹ ਸਰਕਾਰਾਂ ਪੰਜਾਬ ਵਿੱਚ ਨੇ, ਇਹਨਾਂ ਨੇ ਇਹਦਾ ਸਾਥ ਕੋਈ ਨਹੀਂ ਦਿੱਤਾ। ਤੇ ਅੱਜ ਕਿਸਾਨ ਸੋਚ ਲੈਣ ਕਿ ਕੱਲ ਨੂੰ ਜਦੋਂ ਇਹ ਤੁਹਾਡੇ ਡੋਰਾਂ ਤੇ ਉੱਤੇ ਆਣ ਕੇ ਆਉਂਦੇ ਆ ਵੋਟਾਂ ਮੰਗਣ ਵਾਸਤੇ, ਤੇ ਆਪਣੇ ਡੋਰ ਬੰਦ ਕਰ ਲੈਣ ਔਰ ਕਹਿਣ ਕਿ ਅਸੀਂ ਤੁਹਾਡੀ ਕਰਤੂਤ ਵੇਖ ਲਈ ਆ, ਤੁਸੀਂ ਸਾਡਾ ਕਿੰਨਾ ਕੁ ਸਾਥ ਦਿੱਤਾ ਸੀਗਾ। ਦੇਖੋ ਇਹ ਕਹਿ ਦਿੰਦੇ ਆ ਜਦੋਂ ਇਲੈਕਸ਼ਨ ਹੁੰਦੀ ਆ ਜੀ ਅਸੀਂ ਪੈਸਾ ਵੰਡਤਾ ਜੀ, ਅਸੀਂ ਸ਼ਰਾਬਾਂ ਵਰਤੀਆਂ ਜੀ। ਅੱਜ ਕਿਹੜਾ ਕਿਸਾਨ ਨੂੰ ਸ਼ਰਾਬਾਂ ਉੱਥੇ ਮਿਲਦੀਆਂ, ਕਿਹੜੇ ਕਿਸਾਨ ਨੂੰ ਉੱਥੇ ਪੈਸਾ ਮਿਲ ਰਿਹਾ? ਕਿਸਾਨ ਆਪਣੇ ਆਪ ਸਭ ਕੁਝ ਕਰ ਰਹੇ ਆ ਜੀ। ਬਿਲਕੁਲ। ਸਾਨੂੰ ਸਾਰੇ ਨੂੰ ਕਿਸਾਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਕੱਲ ਜਦੋਂ ਇਹ ਸਾਡੇ ਦੌਰਾਂ ਤੇ ਆਉਣਗੇ ਤੇ ਅਸੀਂ ਇਦਾਂ ਦਾ ਹੀ ਇਹਨਾਂ ਦਾ ਵਿਹਾਰ ਕਰਾਂਗੇ ਔਰ ਕੋਈ ਵੋਟ ਨਹੀਂ ਪਾਵਾਂਗੇ ਇਹਨਾਂ ਨੂੰ, ਕਿਉਂਕਿ ਵੋਟ ਦਾ ਤੇ ਪਹਿਲਾ ਫੈਸਲਾ ਤਦ ਹੀ ਸੀ ਪਾਈਦਾ ਜੇ ਅੱਜ ਇਹਨਾਂ ਨੂੰ ਇਨਸਾਫ ਘਰ ਬੈਠਿਆ ਮਿਲਦਾ। ਜੀ ਜੀ ਬਿਲਕੁਲ। ਨਾ ਕਿ ਇਹਨਾਂ ਨੂੰ ਦਿੱਲੀ ਵੱਲ ਨੂੰ ਕੂਚ ਕਰਨਾ ਪੈਂਦਾ ਔਰ ਇੱਥੇ ਬਰਬਾਦੀ ਆਪਣੇ ਸਮੇਂ ਦੀ। ਵੇਖੋ ਕਿਸਾਨਾਂ ਨੇ ਫਸਲਾਂ ਵੀ ਬੀਜਣੀਆਂ ਵਾ, ਆਪਣੇ ਮਾਲ ਡੰਗਰ ਵੀ ਸਾਂਭਣਾ ਵਾ, ਆਪਣੇ ਬੱਚੇ ਵੀ ਸਾਂਭਣੇ ਆ, ਔਰ ਕਿੱਦਾਂ 2-2 ਕੱਪੜਿਆਂ ਵਿੱਚ ਲੋਕ ਆਣ ਕੇ ਆਪਣੇ ਇਨਸਾਫ ਵਾਸਤੇ ਉਸੇ ਮੋਦੀ ਨੂੰ ਬੈਠੇ ਜਿੱਥੇ ਮੋਦੀ ਦੇ ਹੱਥ ਗਲ ਵਿੱਚ ਇਹਨਾਂ ਨੇ ਹਾਰ ਪਾਏ ਸੀ, ਉਹਨਾਂ ਨੂੰ ਵੈਲਕਮ ਕੀਤਾ ਸੀ, ਹਨਾ। ਬਿਲਕੁਲ। ਔਰ ਇਹ ਸਾਡੇ ਕਿਸਾਨਾਂ ਨੂੰ ਇਕਜੁੱਟ ਹੋਣਾ ਚਾਹੀਦਾ ਵਾ ਔਰ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਆਉਣ ਦੀ ਵਿੱਚ ਇਜਾਜ਼ਤ ਨਹੀਂ ਦੇਣੀ ਚਾਹੀਦੀ। ਸਭ ਨੂੰ ਆਪਣੀ ਅੱਖ ਖੋਲ ਕੇ ਰੱਖਣੀ ਚਾਹੀਦੀ ਆ ਕਿ ਹੁਣ ਅਸੀਂ ਇਹ ਅੰਦੋਲਨ ਜਿਹੜਾ ਗੁਰੂ ਰਾਮਦਾਸ ਦੀ ਕਿਰਪਾ ਨਾਲ ਜਿੱਤ ਕੇ ਜਾਣਾ ਵਾ। ਔਰ ਕੋਈ ਵੀ ਮਹਾਰਾਜ ਜੀ ਸਾਰੇ ਜਾਣੇ ਅਰਦਾਸ ਕਰੋ ਕਿ ਇਹ ਸਾਡਾ ਅੰਨਦਾਤਾ ਵਾ, ਇਹਦੇ ਕਰਕੇ ਹੀ ਅਸੀਂ ਅੱਜ ਦੇ ਤੱਕ ਜੀ ਰਹੇ ਹਾਂ, ਅੱਜ ਤੱਕ ਜੀ ਰਹੇ ਹਾਂ। ਅਸੀਂ ਕੋਈ ਵੀ ਜਿਹੜਾ ਹੈਗਾ ਵਾ ਇਹੋ ਜਿਹਾ ਕੰਮ ਨਾ ਹੋ ਜੇ ਕਿ ਕੋਈ ਹੋਰ ਕੋਈ ਫਾਇਦਾ ਲੈ ਜੇ ਇਸ ਦਾ। ਠੀਕ ਆ ਜੀ, ਬਿਲਕੁਲ। ਬਸ ਜੀ ਮੈਂ ਇੰਨਾ ਹੀ ਕਹਿਣਾ ਚਾਹੁੰਦੀ ਹਾਂ। ਔਰ ਬਹੁਤ ਦੁੱਖ ਲੱਗਦਾ ਵਾ, ਬਹੁਤ ਪਰੇਸ਼ਾਨੀਆਂ ਤੇ ਕੈਨੇਡਾ ਵਿੱਚ ਬੈਠੇ ਆ ਔਰ ਇਹੋ ਜਿਹੀਆਂ ਗੱਲਾਂ ਜਦੋਂ ਸੁਣਨ ਵਿੱਚ ਵੇਖਣ ਵਿੱਚ ਆਉਂਦੀਆਂ ਵਾ ਤੇ ਲੱਗਦਾ ਕੋਈ ਬਾਹਰ ਨਹੀਂ ਜਾਂਦੀ ਤੇ ਕਈ ਦਾ ਵੀ ਕਰੀਏ ਤੇ ਕਰੀਏ ਕੀ। ਜੀ ਨਾਂ ਦੱਸ ਦਿਓ ਜੀ ਆਪਣਾ ਜਾਂਦੇ ਜਾਂਦੇ। ਸੋ ਆਪਣਾ ਵਿਚਾਰ ਦੇ ਸਕਦੇ ਆ। ਮੇਰਾ ਨਾਮ ਗੁਰਦੀਪ ਕੌਰ ਆ ਜੀ। ਜੀ ਗੁਰਦੀਪ ਕੌਰ ਜੀ, ਬਿਲਕੁਲ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ ਤੇ ਇਹ ਸਾਰੀਆਂ ਗੱਲਾਂ ਸਾਂਝੀਆਂ ਕਰਨ ਦੇ ਲਈ। ਬਿਲਕੁਲ ਦੇਖੋ, ਕਿਉਂਕਿ ਜਦੋਂ ਵੀ ਕੋਈ ਪੰਜਾਬ ਆਉਂਦਾ ਆ ਕਿ ਸਾਡੇ ਖੂਨ ਦੇ ਵਿੱਚ ਇਹੀ ਆ ਕਿ ਅਸੀਂ ਆਓ ਭਗਤ ਬਥੇਰੀ ਕਰਦੇ ਆ। ਮਹਿਮਾਨ ਸਾਡੇ ਲਈ ਭਗਵਾਨ ਦੇ ਬਰਾਬਰੀ ਕਹਿ ਲਓ ਕਿ ਹੋ ਜਾਂਦਾ। ਤੇ ਪਰ ਹੁਣ ਜਿਹੜਾ ਵਾਰੀ ਸੀ ਉਹ ਕੇਂਦਰ ਦੇ ਵਜ਼ੀਰਾਂ ਦੀ ਵਾਰੀ ਸੀ, ਕੇਂਦਰ ਦੀ ਸਰਕਾਰ ਦੀ ਵਾਰੀ ਸੀ ਕਿ ਵੈਲਕਮ ਕਿਸ ਤਰੀਕੇ ਦੇ ਨਾਲ ਕਰਨਾ ਚਾਹੀਦਾ ਸੀ। ਪਰ ਅਫਸੋਸ ਹੈ ਕਿ ਜਿਹੜੇ ਲੋਕ ਹੁਣ ਤੱਕ ਕੇਂਦਰ ਦੇ ਲੀਡਰਾਂ ਦਾ ਜਿਸ ਤਰ੍ਹਾਂ ਦੇ ਨਾਲ ਗੁਰਦੀਪ ਕੌਰ ਜੀ ਦੱਸ ਕੇ ਗਏ ਨੇ, ਹਾਰਾਂ ਦੇ ਨਾਲ, ਫੁੱਲਾਂ ਦੇ ਨਾਲ ਤੇ ਖੁੱਲ੍ਹੇ ਦਿਲ ਦੇ ਨਾਲ ਸਵਾਗਤ ਕਰਦੇ ਹੁੰਦੇ ਸੀ ਪੰਜਾਬ ਦੇ ਵਿੱਚ ਆਇਆਂ ਨੂੰ, ਤੇ ਉਹਨਾਂ ਹੀ ਲੀਡਰਾਂ ਦੇ ਵੱਲੋਂ ਹੁਣ ਪਾਣੀ ਦੀਆਂ ਵਿਛਾੜਾਂ ਸੁੱਟੀਆਂ ਗਈਆਂ ਕਿਸਾਨਾਂ ਤੇ। ਖਾਸ ਕਰਕੇ ਹਰਿਆਣਾ ਦੀ ਸਰਕਾਰ ਨੇ ਤਾਂ ਹੱਦ ਹੀ ਕਰਤੀ। ਦੇਖੋ, ਕਿਸਾਨਾਂ ਦੀਆਂ ਵੋਟਾਂ ਸਰਕਾਰ ਨੇ ਲਈਆਂ ਤੇ ਕਿਸਾਨਾਂ ਦੇ ਸਿਰ ਤੇ ਸਰਕਾਰ ਬਣਾਈ, ਤੇ ਉਧਰੋਂ ਨਾਲ ਦੁਸ਼ਯੰਤ ਚੌਟਾਲਾ ਨੇ ਜਿਹੜੀ ਕਿਸਾਨਾਂ ਦੇ ਨਾਲ ਗੱਦਾਰੀ ਕੀਤੀ ਹੈ ਉਹ ਵੱਖਰੀ ਹੈ, ਕਿਉਂਕਿ ਕਿਸਾਨਾਂ ਨੇ ਵੋਟ ਬੀਜੇਪੀ ਦੀ ਜਗ੍ਹਾ ਤੇ ਦੁਸ਼ਯੰਤ ਚੌਟਾਲਾ ਨੂੰ ਪਾਈ ਸੀ, ਕਿਉਂਕਿ ਚੌਟਾਲਾ ਪਰਿਵਾਰ ਦੀ ਇੱਕ ਫਿਰ ਵੀ ਇੱਕ ਇਮੇਜ ਬਣੀ ਹੋਈ ਸੀਗੀ ਕਿ ਸ਼ਾਇਦ ਕਿਉਂਕਿ ਚੌਟਾਲਾ ਫੈਮਿਲੀ ਦੀ ਅਗਲੀ ਪੀੜ੍ਹੀ ਆ ਤੇ ਦੁਸ਼ਯੰਤ ਚੌਟਾਲਾ ਆਏ ਨੇ ਤੇ ਕਿਸਾਨਾਂ ਨੂੰ ਉਮੀਦ ਸੀ ਕਿ ਇਸ ਪਰਿਵਾਰ ਦਾ ਜਿਹੜਾ ਬੇਟਾ
ਉਹ ਕਿਸਾਨਾਂ ਦੇ ਲਈ ਬਹੁਤ ਕੁਝ ਕਰੇਗਾ। ਪਰ ਇਹ ਸਾਰੀਆਂ ਜਿਹੜੀਆਂ ਹਰਿਆਣਾ ਦੇ ਕਿਸਾਨਾਂ ਬਾਰੇ ਜਿਹੜਾ ਆਪਾਂ ਸੋਚ ਕੇ ਦੇਖੀਏ ਕਿ ਉਹਨਾਂ ਦੀਆਂ ਕਿੰਨੀਆਂ ਉਮੀਦਾਂ ਟੁੱਟੀਆਂ ਨੇ। ਉਹਨਾਂ ਨੇ ਦੁਸ਼ਯੰਤ ਚੌਟਾਲਾ ਤੋਂ ਬਹੁਤ ਉਮੀਦਾਂ ਲਾਈਆਂ ਸੀ। ਕੱਲ੍ਹ ਅਸੀਂ ਓਮ ਪ੍ਰਕਾਸ਼ ਜੀ ਜੀਂਦ ਤੋਂ ਸਾਨੂੰ ਕਾਲ ਆਈ ਸੀ ਲਾਈਵ ਪ੍ਰੋਗਰਾਮ ਦੇ ਵਿੱਚ, ਉਹ ਸਾਨੂੰ ਦੱਸ ਰਹੇ ਸੀ, ਉਹ ਕਹਿੰਦੇ ਕਿ ਅਸੀਂ ਤਾਂ ਇਹਨਾਂ ਨੂੰ ਖੜਨ ਨਹੀਂ ਦੇਣਾ। ਚੌਟਾਲਾ ਪਰਿਵਾਰ ਜਾਂ ਦੁਸ਼ਯੰਤ ਚੌਟਾਲਾ ਤਾਂ ਹੁਣ ਭੁੱਲ ਜੇ ਕਿ ਕੋਈ ਇੱਕ ਵੀ ਸੀਟ ਜਾਂ ਕੋਈ ਇੱਕ ਵੀ ਵੋਟ ਕਿਸਾਨਾਂ ਦੀ ਉਹਨਾਂ ਨੂੰ ਅੱਗੇ ਇਲੈਕਸ਼ਨਾਂ ਦੇ ਵਿੱਚ ਮਿਲ ਜੇਗੀ। ਸੋ ਇਸ ਤਰ੍ਹਾਂ ਦੀ ਪੋਲੀਟਿਕਸ ਹੈ, ਤੇ ਜਦੋਂ ਜ਼ਰੂਰਤ ਹੈ ਉਦੋਂ ਕੁਝ ਹੋਰ ਹੋ ਜਾਣਾ, ਜਦੋਂ ਜ਼ਰੂਰਤ ਨਹੀਂ ਹੈ ਤੇ ਉਦੋਂ ਪਿੱਠ ਕਰਕੇ ਖੜੇ ਹੋ ਜਾਂਦੇ ਨੇ ਸਾਡੇ ਸਿਆਸੀ ਆਗੂ। ਸੋ ਇਹਨਾਂ ਦੀ ਇਹ ਸੋਚ ਨੂੰ ਵੀ ਬਦਲਣ ਦੀ ਲੋੜ ਹੈ ਤੇ ਸਾਨੂੰ ਉਮੀਦ ਹੈ ਕਿ ਜਿਹੜਾ ਸਾਡਾ ਕਿਸਾਨਾਂ ਦਾ ਇਹ ਸੰਘਰਸ਼ ਹੈ ਇਹ ਬਾਕੀ ਬਹੁਤ ਕੁਝ ਤਾਂ ਬਦਲੇਗਾ ਹੀ। ਇੱਕ ਐਸੀ ਸਰਕਾਰ ਨੂੰ ਵੀ ਬਦਲੇਗਾ ਜਿਹੜੀ ਕਿ ਸਰਕਾਰ ਹੁਣ ਤੱਕ ਇਹੀ ਸੋਚਦੀ ਆ ਰਹੀ ਹੈ ਕਿ ਜੋ ਅਸੀਂ ਫੈਸਲਾ ਕਰ ਲਿਆ ਉਹਨੂੰ ਅਸੀਂ ਵਾਪਸ ਉਹਦੇ ਤੋਂ ਨਹੀਂ ਹਟੇ। ਸੋ ਸਭ ਤੋਂ ਪਹਿਲਾਂ ਇਹ ਹੋਏਗਾ, ਤੁਸੀਂ ਦੇਖ ਲਓ, ਅੱਜ ਯਾਦ ਕਰ ਲਓ ਕਿ ਇਹ ਸਰਕਾਰ ਨੂੰ, ਭਾਰਤ ਸਰਕਾਰ ਨੂੰ, ਮੋਦੀ ਸਰਕਾਰ ਨੂੰ ਇਹ ਆਪਣਾ ਫੈਸਲਾ ਵਾਪਸ ਲੈਣਾ ਪੈਣਾ। ਅਗਰ ਨਹੀਂ ਸਰਕਾਰ ਜਿਹੜਾ ਆਪਣਾ ਫੈਸਲਾ ਵਾਪਸ ਨਹੀਂ ਲੈਂਦੀ ਤਾਂ ਜੋ ਵੀ ਹਾਲਾਤ ਜਿਸ ਤਰ੍ਹਾਂ ਦੇ ਵੀ ਅੱਗੇ ਬਣਨਗੇ ਤੇ ਉਹਦੇ ਲਈ ਫਿਰ ਜ਼ਿੰਮੇਵਾਰ ਭਾਰਤ ਸਰਕਾਰ ਹੋਏਗੀ, ਬੀਜੇਪੀ ਪਾਰਟੀ ਹੋਏਗੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਗੇ। ਤੇ ਫਿਰ ਦੇਖੋ, ਜੇ ਕੋਈ ਹੋਰ ਦੇਸ਼ ਦਾ ਕੋਈ ਪ੍ਰਧਾਨ ਮੰਤਰੀ ਜਾਂ ਹੋਰ ਦੁਨੀਆ ਦਾ ਕੋਈ ਵੀ ਦੇਸ਼ ਜੇ ਥੋੜ੍ਹੀ ਫਿਕਰ ਜਤਾ ਲੈਂਦਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਵਿੱਚ ਉੱਥੋਂ ਦੇ ਅੰਨਦਾਤਾ ਕਿਸਾਨ ਨੂੰ ਆਪਣੇ ਹੱਕ ਮੰਗਣ ਦੇ ਲਈ ਇੰਨੇ ਤਸੀਹੇ ਝੱਲਣੇ ਪੈ ਰਹੇ ਨੇ ਇਸ ਕੜਕਦੀ ਠੰਡ ਦੇ ਵਿੱਚ। ਦੇਖੋ, ਖੁੱਲ੍ਹੇ ਆਸਮਾਨ ਹੇਠਾਂ ਰਾਤਾਂ ਕੱਟਣੀਆਂ ਪੈ ਰਹੀਆਂ ਨੇ, ਕੜਕਦੀ ਠੰਡ ਹੇਠ ਪੁਲਿਸ ਦੇ ਵੱਲੋਂ ਠੰਡੇ ਪਾਣੀ ਦੀਆਂ ਬੁਛਾਰਾਂ ਚੱਲਣੀਆਂ ਪੈ ਰਹੀਆਂ, ਕਈ ਕਿਸਾਨਾਂ ਨੇ ਸੋਟੀਆਂ ਵੀ ਖਾਧੀਆਂ ਨੇ। ਸੋ ਜਦੋਂ ਕੋਈ ਇਸ ਤਰ੍ਹਾਂ ਦੇ ਨਾਲ ਕੈਨੇਡਾ ਵਰਗਾ ਦੇਸ਼ ਜਾਂ ਉੱਥੇ ਦਾ ਪ੍ਰਧਾਨ ਮੰਤਰੀ ਕੁਛ ਚਿੰਤਾ ਜ਼ਾਹਰ ਕਰ ਦਿੰਦਾ ਹੈ ਤੇ ਉਹ ਕਹਿ ਦਿੰਦਾ ਕਿ ਜਿਹੜੇ ਲੋਕ ਨੇ, ਜਿਹੜੇ ਸ਼ਾਂਤਮਈ ਸੰਘਰਸ਼ ਕਰ ਰਹੇ ਲੋਕ ਨੇ ਤੇ ਕੈਨੇਡਾ ਸਰਕਾਰ ਹਮੇਸ਼ਾ ਹੀ ਉਹ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲਿਆਂ ਦੇ ਹੱਕਾਂ ਦੀ ਰਾਖੀ ਕਰਦੀ ਰਹੇਗੀ ਕੈਨੇਡਾ ਸਰਕਾਰ। ਤੇ ਫਿਰ ਇਸ ਤੇ ਵੀ ਸਾਡੀ ਸਰਕਾਰ ਨੂੰ ਇਤਰਾਜ਼ ਹੋ ਜਾਂਦਾ ਹੈ। ਸਾਡੀ ਸਰਕਾਰ ਦੇ ਫਿਰ ਜਿਹੜੇ ਮੰਤਰੀ ਨੇ ਤੇ ਉਹ ਬਿਆਨ ਦਿੰਦੇ ਨੇ ਕਿ ਕੈਨੇਡਾ ਨੂੰ ਇਹ ਭਾਰਤ ਦੇ ਅੰਦਰੂਨੀ ਮਸਲੇ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਸੋ ਜੇਕਰ ਤੁਸੀਂ ਸਮਝਦੇ ਹੋ ਕਿ ਇੰਨਾ ਹੀ ਅੰਦਰੂਨੀ ਮਸਲਾ ਸੀ ਤੇ ਫਿਰ ਤੁਸੀਂ ਇਸ ਮਸਲੇ ਨੂੰ ਸੜਕਾਂ 'ਤੇ ਕਿਉਂ ਆਉਣ ਦਿੱਤਾ? ਜੇ ਤੁਸੀਂ ਇੰਨੇ ਸਮਝਦਾਰ ਹੁੰਦੇ ਤੇ ਦੇਸ਼ ਦੇ ਕਿਸਾਨ ਨੂੰ ਸੜਕਾਂ 'ਤੇ ਤੁਸੀਂ ਨਾ ਆਉਣ ਦਿੰਦੇ। ਜੇਕਰ ਤੁਸੀਂ ਇੰਨੇ ਹੀ ਸਮਝਦਾਰ ਹੁੰਦੇ ਤਾਂ ਦੇਸ਼ ਦੇ ਕਿਸਾਨ ਨੂੰ ਘਰੇ ਬੈਠੇ ਹੀ ਉਹਦੇ ਬਣਦੇ ਹੱਕ ਤੁਸੀਂ ਉਹਨਾਂ ਨੂੰ ਘਰੇ ਬੈਠ ਕੇ ਦੇ ਕੇ ਆਉਂਦੇ। ਤੇ ਇਹ ਨਹੀਂ ਕਿ ਤੁਸੀਂ ਕਿਸਾਨ ਨੂੰ ਵੋਟਾਂ ਵੇਲੇ ਕੁਝ ਹੋਰ ਸਮਝ ਲਓ ਤੇ ਜਦੋਂ ਵੋਟਾਂ ਹੋ ਗਈਆਂ, ਸਰਕਾਰ ਤੁਹਾਡੀ ਬਣ ਗਈ ਤੇ ਫਿਰ ਤੁਸੀਂ ਕਿਸਾਨਾਂ ਦੇ ਵਿਰੁੱਧ ਦੇ ਵਿੱਚ ਉਹਨਾਂ ਨੂੰ ਦੱਬਣ ਦੇ ਲਈ, ਉਹਨਾਂ ਨੂੰ ਕੁਚਲਣ ਦੇ ਲਈ, ਉਹਨਾਂ ਦੀਆਂ ਜ਼ਮੀਨਾਂ ਖੋਹਣ ਦੇ ਲਈ, ਦੇਸ਼ ਦੀ ਖੇਤੀਬਾੜੀ ਖਤਮ ਕਰਨ ਦੇ ਲਈ ਤੁਸੀਂ ਇਸ ਤਰ੍ਹਾਂ ਦੇ ਕਾਨੂੰਨ ਬਣਾਓ ਤੇ ਜਿਹਦੇ ਕਾਨੂੰਨਾਂ ਦੇ ਵਿੱਚ ਤੁਹਾਡੇ ਵਪਾਰੀ ਸਾਥੀਆਂ ਨੂੰ ਫਾਇਦਾ ਹੋਵੇ। ਹੁਣ ਅਸੀਂ ਸਾਰੀ ਦੁਨੀਆ ਜਾਣ ਗਈ ਆ ਕਿ ਅਡਾਨੀਆਂ ਤੇ ਅੰਬਾਨੀਆਂ ਦੀ ਜਿਹੜੀ ਮਾੜੀ ਨਜ਼ਰ ਹੈ ਉਹ ਦੇਸ਼ ਦੇ ਕਿਸਾਨਾਂ ਦੇ, ਖਾਸ ਕਰਕੇ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਬੁਰੀ ਨਜ਼ਰ ਇਹਨਾਂ ਦੀ ਪੈ ਗਈ ਆ। ਇਹ ਦੇਖੋ, ਇਹ ਲੋਕ ਅਰਬਾਂ ਲੱਖਾਂ ਅਰਬ ਜਿਹੜੇ ਪੈਸਿਆਂ ਦੇ ਮਾਲਕ ਨੇ ਤੇ ਇਹਨਾਂ ਦੀ ਜਿਹੜੀ ਤਮਾ ਅਸੀਂ ਕਹਿੰਦੇ ਹੁੰਦੇ ਆ ਇਹ ਫਿਰ ਵੀ ਨਹੀਂ ਭਰਦੀ ਤੇ ਇੱਕ ਪਾਸੇ ਸਾਡਾ ਜਿਹੜਾ ਕਿਸਾਨ ਹੈ ਉਹ ਸਾਲ ਦੇ ਜੇਕਰ ਥੋੜ੍ਹੇ ਬਹੁਤੇ 1000 ਰੁਪਏ ਜਾਂ ਲੱਖਾਂ ਕੁ ਰੁਪਇਆ ਕਮਾ ਕੇ ਜਿਹਦੇ 'ਚ ਉਹਦੇ ਪਰਿਵਾਰ ਦਾ ਹੱਸੀ ਖੁਸ਼ੀ ਜਿਹੜਾ ਗੁਜ਼ਾਰਾ ਚੱਲ ਜਾਂਦਾ ਤੇ ਉਹਦੇ ਵਿੱਚ ਸਾਡਾ ਕਿਸਾਨ ਸੰਤੁਸ਼ਟ ਹੁੰਦਾ। ਤੇ ਦੂਜੇ ਪਾਸੇ ਇਸ ਤਰ੍ਹਾਂ ਦੇ ਵਪਾਰਕ ਘਰਾਣੇ ਵੀ ਨੇ, ਇੰਨੇ ਵੱਡੇ ਉਦਯੋਗਪਤੀ ਵੀ ਨੇ ਤੇ ਜਿਨ੍ਹਾਂ ਦੀ ਤਮਾ ਹੈ ਜੀ ਕਦੇ ਉਹ ਖੜਦੀ ਹੋ ਨਹੀਂ ਤੇ ਉਹਨਾਂ ਦੇ ਲਈ ਪੈਸਾ ਜਿੰਨਾ ਉਹਨਾਂ ਦੇ ਕੋਲ ਮਰਜ਼ੀ ਆ ਜੇ ਉਹਨਾਂ ਨੂੰ ਘੱਟ ਹੀ ਪ੍ਰਤੀਤ ਹੁੰਦਾ ਤੇ ਇਸੇ ਤਰੀਕੇ ਦੇ ਨਾਲ ਉਹ ਪੈਸੇ ਦੇ ਪਿੱਛੇ ਭੱਜਦੇ ਹੀ ਸਾਰੀ ਉਮਰ ਕੱਢ ਦਿੰਦੇ ਨੇ ਤੇ ਜਦੋਂ ਉਹਨਾਂ ਨੂੰ ਵੀ ਸਮਝ ਆਉਂਦੀ ਆ ਤੇ ਉਦੋਂ ਬੜੀ ਦੇਰ ਹੋ ਚੁੱਕੀ ਹੁੰਦੀ ਆ। ਸੋ ਦਰਸ਼ਕੋ, ਅੱਜ ਦਾ ਵੇੜਾ ਸਾਡਾ ਇੱਥੇ ਹੀ ਸਮਾਪਤ ਹੋ ਰਿਹਾ ਜੀ। ਕੱਲ੍ਹ ਹੁਣ ਦੇਖਦੇ ਹਾਂ, ਕੱਲ੍ਹ 11:30 ਵਜੇ ਦੱਸਿਆ ਜਾ ਰਿਹਾ ਤੇ ਕਿ ਇੱਕ ਵਾਰ ਫਿਰ ਤੋਂ ਕੇਂਦਰੀ ਮੰਤਰੀਆਂ ਦੀ ਜਿਹੜੀ ਮੀਟਿੰਗ ਆ ਉਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਹੋਣ ਜਾ ਰਹੀ ਹੈ ਕਿਉਂਕਿ ਕੱਲ੍ਹ ਜਿਹੜੀ ਬੀਤੇ ਦਿਨੀ 1 ਦਸੰਬਰ ਨੂੰ ਮੀਟਿੰਗ ਹੋਈ ਸੀ ਤੇ ਇਹ ਵਿੱਚੋਂ ਦੀ ਰੱਖੀ ਗਈ ਸੀ। ਅਸਲੀ ਮੀਟਿੰਗ 3 ਦਸੰਬਰ ਦੀ ਸੀ। ਸੋ ਭਲ ਕੇ ਦੇਖਦੇ ਹਾਂ ਤੇ ਹੁਣ ਕੀ ਇਸ ਮੀਟਿੰਗ ਦੇ ਵਿੱਚ ਕੀ ਕੋਈ ਸਿੱਟਾ ਨਿਕਲਦਾ ਜਾਂ ਕੀ ਕੋਈ ਲੱਗਦਾ ਕਿ ਅਗਰ ਅੱਗੇ ਥੋੜ੍ਹੀ ਗੱਲਬਾਤ ਤੁਰਦੀ ਆ ਤੇ ਦੋਨਾਂ ਹੀ ਧਿਰਾਂ ਦੇ ਲਈ ਇਹ ਚੰਗਾ ਹੋਵੇਗਾ। ਲੇਕਿਨ ਫਿਲਹਾਲ ਇਹੀ ਆ ਸਰਕਾਰ ਤੋਂ ਕਿਸਾਨਾਂ ਦੀ ਮੰਗ
ਕਿ ਜਿਹੜੇ ਖੇਤੀ ਕਾਨੂੰਨ ਬਣਾਏ ਗਏ ਨੇ ਤੇ ਜਿਹੜਾ ਬਿਜਲੀ ਸੋਧ ਤੁਸੀਂ ਬਿੱਲ ਲੈ ਕੇ ਆ ਰਹੇ ਹੋ, ਆਰਡੀਨੈਂਸ ਆ ਜਿਹੜਾ, ਉਹਨਾਂ ਨੂੰ ਤੁਰੰਤ ਤੁਸੀਂ ਵਾਪਸ ਲਵੋ। ਤੇ ਸਰਕਾਰ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਤੁਰੰਤ ਕਿਸਾਨਾਂ ਦੀ ਮੁਸ਼ਕਿਲ ਨੂੰ, ਉਹਨਾਂ ਦੇ ਹੱਕਾਂ ਨੂੰ ਸਮਝਦੇ ਹਾਂ, ਤੁਸੀਂ ਉਹਨਾਂ ਦਾ ਬਣਦਾ ਹਿੱਸਾ ਉਹਨਾਂ ਨੂੰ ਦਿਓ, ਉਹਨਾਂ ਦੇ ਹੱਕ ਦਿਓ ਤੇ ਤੁਸੀਂ ਜਿਹੜੇ ਖੇਤੀ ਕਾਨੂੰਨ ਲਾਗੂ ਕੀਤੇ ਨੇ ਉਹਨਾਂ ਨੂੰ ਵਾਪਸ ਲਓ, ਤਾਂ ਜੋ ਕਿਸਾਨ ਵੀ ਖੁਸ਼ੀ-ਖੁਸ਼ੀ ਆਪਣੇ ਵਾਪਸ ਘਰਾਂ ਨੂੰ, ਆਪਣੇ ਪਰਿਵਾਰ ਤੱਕ ਪਹੁੰਚ ਸਕਣ ਤੇ ਆਪਣੀ ਫਿਰ ਤੋਂ ਉਹੀ ਰੋਜ਼ਾਨਾ ਦੀ ਖੇਤੀਬਾੜੀ ਦੀ ਜਿਹੜੀ ਜ਼ਿੰਦਗੀ ਆ, ਸਾਦੀ ਤੇ ਸੁੱਚੀ ਜ਼ਿੰਦਗੀ ਆ, ਉਹ ਜੀ ਸਕਣ। ਸੋ ਕੱਲ ਫਿਰ ਮਿਲਦੇ ਹਾਂ ਜੀ ਇਸੇ ਸਮੇਂ, ਇਸੇ ਟਾਈਮ ਤੇ, ਇਸੇ ਹੀ ਚੈਨਲ ਤੇ ਪ੍ਰੋਗਰਾਮ ਗਲੋਬਲ ਗੱਲਬਾਤ ਦੇ ਨਾਲ। ਸੋ ਕੱਲ ਤੱਕ ਦੇ ਲਈ ਆਗਿਆ ਦਿਓ। ਧੰਨਵਾਦ ਤੇ ਰੱਬ ਰਾਖਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।